ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਹਰ ਵਾਰ ਦੀ ਤਰ੍ਹਾਂ ਸ਼ੁਰੂਆਤ ਕਰਾਂਗੇ ਜੀ ਅਸੀਂ ਆਪਣੇ ਪਹਿਲੇ ਸੈਗਮੈਂਟ ਤੋਂ। ਡਿਸਕਸ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਜਿਹੜੀ ਸੈਂਟਰ ਦੀ ਸਕੀਮ ਹੈ ਹਰ ਘਰ ਜਲ ਸਕੀਮ ਹੈ, ਹਰ ਪੇਂਡੂ ਘਰ ਦੇ ਵਿੱਚ ਨਲਕੇ ਦਾ ਪਾਣੀ ਮੁਹੱਈਆ ਕਰਾਉਣ ਲਈ 2024 ਤੱਕ ਦੋਵੇਂ ਉੱਤਰੀ ਰਾਜ ਪੰਜਾਬ ਤੇ ਹਿਮਾਚਲ ਪ੍ਰਦੇਸ਼ 100% ਟੀਚਾ ਪੂਰਾ ਕਰਨ ਦੇ ਰਾਹ ਤੇ। ਦੈਟ ਇਜ਼ ਵੈਰੀ ਗੁੱਡ। ਤੇ ਮੈਨੂੰ ਜੋ ਖਬਰ ਹੈਗੀ ਹੈ, ਮੈਨੂੰ ਲੱਗਦਾ ਹਰਿਆਣਾ ਨੇ ਲਾਸਟ ਈਅਰ ਇਹ ਪੂਰਾ ਕਰ ਲਿਆ ਸੀ ਤੇ ਉਹਨਾਂ ਦੀ ਇਹ ਕੈਂਪੇਨ ਵੀ ਕਾਫੀ ਚੱਲੀ ਸੀ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਦੇਖੋ, ਆਜ਼ਾਦੀ ਦੇ 70-75 ਸਾਲ ਹੋਣ ਤੋਂ ਬਾਅਦ ਅਸੀਂ ਜੇ ਸਾਫ਼ ਪਾਣੀ, ਹਰ ਵੇਲੇ ਪਾਣੀ ਦੀ ਅਵੇਲੇਬਿਲਿਟੀ, ਇਹ ਬੇਸਿਕ ਚੀਜ਼ਾਂ ਜਦੋਂ ਪੂਰੀਆਂ ਹੋ ਜਾਂਦੀਆਂ ਨਾ, ਉਸ ਤੋਂ ਬਾਅਦ ਲੈਟਸ ਸਪੋਜ਼ ਕਿ ਇੱਕ ਫੈਮਿਲੀ ਆ ਜਿਹਦਾ ਦਿਨ ਦੇ 2 ਘੰਟੇ ਪਾਣੀ ਇਕੱਠਾ ਕਰਨ 'ਚ ਲੱਗਦੇ ਨੇ। ਸੋਚੋ ਕਿੰਨਾ ਟਾਈਮ ਉਹਨਾਂ ਦੀ ਪ੍ਰੋਡਕਟਿਵਿਟੀ ਵੇਸਟ ਹੁੰਦੀ ਹੈ। ਇਹ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਆਈਆਂ ਨੇ, ਇਹ ਮੈਨੂੰ ਲੱਗਦਾ ਕਿ 1949 'ਚ ਆ ਜਾਣੀਆਂ ਚਾਹੀਦੀਆਂ ਸੀ। 1959 ਚਲੋ 10 ਸਾਲ ਦੇਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਕਿਉਂਕਿ ਅੰਗਰੇਜ਼ ਤਾਂ ਸਾਡੇ ਇੱਥੇ ਕੋਈ ਇਨਫਰਾਸਟਰਕਚਰ ਛੱਡ ਕੇ ਨਹੀਂ ਗਏ। ਦੇ ਵਰ ਜਸਟ ਯੂਟਿਲਾਈਜ਼ਿੰਗ ਆਰ ਰਿਸੋਰਸਿਸ। ਪਰ ਚਲੋ 2019 ਸਹੀ, ਇਹ ਬਹੁਤ ਹੀ ਇੰਪੋਰਟੈਂਟ ਸਕੀਮਸ ਨੇ। ਇਹਦੇ ਨਾਲ ਹਰ ਘਰ ਦੇ ਵਿੱਚ ਜਿਹੜੀ ਬੇਸਿਕ ਸਹੂਲਤਾਂ ਨੇ, ਪਾਣੀ, ਬਿਜਲੀ, ਉਸ ਤੋਂ ਬਾਅਦ ਸਾਫ਼ ਸਫਾਈ, ਬਾਥਰੂਮਸ, ਟਾਇਲਟਸ, ਅਨਫੋਰਚੂਨੇਟ ਪਾਰਟ ਹੈ ਪਰ ਜ਼ਰੂਰੀ ਸੀ ਕਿ ਅੱਜ ਦੇਸ਼ ਦੇ 75 ਸਾਲ ਪੂਰੇ ਹੋਣ ਵਾਲੇ ਨੇ, ਅਸੀਂ ਸਮਹਾਉ ਬਸ ਇਹ ਬੇਸਿਕ ਜ਼ਰੂਰਤਾਂ ਪੂਰੀ ਕਰ ਪਾ ਰਹੇ ਹਾਂ। ਪਰ ਇਹ ਸ਼ੁਰੂਆਤ ਹੈ। ਜਦੋਂ ਫਾਊਂਡੇਸ਼ਨ ਇੱਕ ਸੋਲਿਡ ਹੋ ਜਾਂਦੀ ਹੈ, ਜਦੋਂ ਇਹੋ ਜਿਹੀਆਂ ਚੀਜ਼ਾਂ ਸਾਡੇ ਹਰ ਘਰ 'ਚ ਅਵੇਲੇਬਲ ਹੋਣਗੀਆਂ, ਉਸ ਤੋਂ ਬਾਅਦ ਨੈਕਸਟ ਲੈਵਲ ਦੀ ਤਰੱਕੀ ਹੋਰ ਫਾਸਟ ਆਏਗੀ। ਲੋਕਾਂ ਨੂੰ ਜਦੋਂ ਸਾਫ਼ ਸੁਥਰਾ ਟੂਟੀ ਦੇ ਵਿੱਚ ਸਾਫ਼ ਪਾਣੀ ਮਿਲੇਗਾ। ਪੰਜਾਬ ਨੂੰ ਥੋੜ੍ਹਾ ਜਿਹਾ ਕੇਅਰਫੁਲ ਹੋਰ ਵੀ ਹੋਣ ਦੀ ਲੋੜ ਹੈ, ਕਿਉਂਕਿ ਪੰਜਾਬ ਦਾ ਗਰਾਊਂਡ ਵਾਟਰ ਬਹੁਤ ਪੋਲਿਊਟਿਡ ਹੋ ਗਿਆ ਹੈ। ਪੰਜਾਬ ਆਪਾਂ ਜਿੰਨਾ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰੀਏ ਐਟ ਪੰਜਾਬ ਟੂਡੇ, ਉਨਾ ਹੀ ਘੱਟ ਹੈ ਕਿ ਬਈ ਸਾਡੇ ਖੇਤੀ ਦੇ ਤਰੀਕੇ, ਸਾਡੇ ਵਾਟਰ ਡਿਸਪੋਜ਼ਲ ਦੇ ਤਰੀਕੇ, ਸਾਡੇ ਇੱਥੇ ਕਿਹੋ ਜਿਹੀਆਂ ਇੰਡਸਟਰੀਜ਼ ਆਉਣੀਆਂ ਚਾਹੀਦੀਆਂ। ਬਹੁਤ ਜ਼ਰੂਰੀ ਹੈ ਪਾਣੀ ਜਿਹੜਾ ਆਵੇ ਉਹ ਸਾਫ਼ ਸੁਥਰਾ ਆਵੇ। ਤੇ ਕੰਗ੍ਰੈਚੁਲੇਸ਼ਨਸ ਟੂ ਬੋਥ ਦੀ ਪੀਪਲ ਆਫ ਥੀਸ 2 ਸਟੇਟਸ ਤੇ ਐਟ ਦੀ ਸੇਮ ਟਾਈਮ ਗਵਰਨਮੈਂਟਸ ਆਲਸੋ ਕਿ ਬਈ ਉਹ ਇਸ ਟੀਚੇ ਦੇ ਲਾਗੇ ਨੇ। ਤੇ ਹੋਪਫੁਲੀ ਇਹ ਟੀਚਾ ਪੂਰਾ ਹੋਣ ਤੋਂ ਬਾਅਦ ਅਸੀਂ ਹੋਰ ਵੱਡੇ ਟਾਰਗੇਟ ਆਪਣੀ ਸਟੇਟ ਲਈ, ਆਪਣੇ ਦੇਸ਼ ਲਈ ਸੈੱਟ ਕਰਾਂਗੇ। ਸਰ, ਜਿਵੇਂ ਤੁਸੀਂ ਗੱਲ ਕੀਤੀ ਕਿ ਪਾਣੀ ਦਾ ਸਤਰ ਥੱਲੇ ਜਾ ਰਿਹਾ ਐਂਡ ਗਰਾਊਂਡ ਵਾਟਰ ਡਿਪਲੀਸ਼ਨ ਆਲਸੋ, ਪਾਲਿਸੀਜ਼ ਵੀ ਹੈ, ਇਹਦੇ ਤੇ ਕੰਮ ਹੋ ਰਿਹਾ, ਗਰਾਊਂਡ ਵਾਟਰ ਤੇ ਵੀ ਕੰਮ ਹੋ ਰਿਹਾ, ਗਰਾਊਂਡ ਲੈਵਲ ਤੇ ਵੀ ਕੰਮ ਹੋ ਰਿਹਾ। ਪਰ ਸਿਰਫ ਖੇਤੀ ਨੂੰ ਜ਼ਿੰਮੇਵਾਰ ਇਹਦਾ ਠਹਿਰਾਣਾ ਠੀਕ ਹੋਊਗਾ? ਬਿਕਾਜ਼ ਇੰਡਸਟਰੀਜ਼ ਆਰ ਆਲਸੋ ਐਕਸਟ੍ਰੈਕਟਿੰਗ ਵਾਟਰ ਲੀਗਲੀ ਐਂਡ ਇਲੀਗਲੀ। ਦੇਖੋ, ਖੇਤੀ ਨੂੰ ਪਹਿਲਾਂ ਤਾਂ ਗੱਲ ਹੈ ਕਿ ਜਿਹੜੇ ਲੋਕੀ ਜ਼ਿੰਮੇਦਾਰ ਨੇ ਉਹ ਆਪਣੀ ਜ਼ਿੰਮੇਦਾਰੀ ਸਮਝਣ। ਇਹ ਆਪਾਂ ਸਾਰੇ 'ਚ ਕੋਲੈਕਟਿਵਲੀ ਹੈਗੇ ਆ। ਕਿਸੇ ਵੀ ਜੇ ਸਿਰਫ ਖੇਤੀ ਨੂੰ ਤਾਂ ਕੋਈ ਵੀ ਨਹੀਂ ਠਹਿਰਾਉਂਦਾ ਪਿਆ। ਇੰਡਸਟਰੀ ਸਾਡੇ ਪੰਜਾਬ 'ਚ ਜ਼ਿਆਦਾ ਹੈਗੀ ਨਹੀਂ ਹੈ। ਜਿਹੜਾ ਮੇਜਰ ਕੰਟਰੀਬਿਊਟਰ ਹੈ ਉਹਦੇ ਵੱਲ ਧਿਆਨ ਸਾਨੂੰ ਦੇਣਾ ਹੀ ਪਏਗਾ। ਜਿਸ ਇੱਕ ਪਾਰਟ 'ਤੇ ਫੋਕਸ ਕਰਕੇ ਅਸੀਂ ਆਪਣੀ 70% ਪ੍ਰੋਬਲਮ ਸੋਲਵ ਕਰ ਸਕਦੇ ਹਾਂ ਤੇ ਉਹਦੇ 'ਤੇ ਮੇਜਰ ਧਿਆਨ ਦੇਣ ਦੀ ਲੋੜ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਮਵਨ ਇਜ਼ ਬੀਇੰਗ ਬਲੇਮਡ। ਇਸ ਕੁਐਸਚਨ ਨੂੰ ਕਦੀ ਵੀ ਇਸ ਤਰੀਕੇ ਨਾਲ ਨਾ ਲਿੱਤਾ ਜਾਵੇ ਕਿ ਸਮਹਾਉ ਕਿਸਾਨਾਂ ਨੂੰ ਜਾਂ ਖੇਤੀ ਨੂੰ ਬਲੇਮ ਕੀਤਾ ਜਾ ਰਿਹਾ। ਉਹ ਖੇਤੀ, ਉਹਨੇ ਸਾਨੂੰ ਇੱਕ ਇੰਨੀ ਫੂਡ ਪ੍ਰੋਡਕਟਿਵਿਟੀ ਦਿੱਤੀ, ਦੇਸ਼ ਨੂੰ ਆਤਮ ਨਿਰਭਰ ਬਣਾਇਆ ਫੂਡ ਦੇ ਮਾਮਲੇ 'ਚ। ਅੱਜ ਅਸੀਂ ਐਕਸਪੋਰਟ ਕਰਦੇ ਪਏ ਹਾਂ ਜਿੱਥੇ ਵੀ ਪ੍ਰੋਬਲਮ ਹੈ, ਬਟ ਉਹਦੇ ਨਾਲ ਕੁਝ ਕੌਨਸੀਕੁਐਂਸਿਸ ਵੀ ਆਏ ਨੇ। ਕਿਉਂਕਿ ਪੰਜਾਬ ਦਾ ਜਿਹੜਾ ਲੈਂਡ ਮਾਸ ਹੈ ਉਹ ਇੰਡੀਆ ਦੇ ਲੈਂਡ ਮਾਸ ਦਾ ਇੱਕ ਛੋਟਾ ਪਰਸੈਂਟੇਜ ਹੈ, ਪਰ ਪ੍ਰੋਡਕਸ਼ਨ 'ਚ ਅਸੀਂ ਉਹਦਾ ਇੱਕ ਮੇਜਰ ਪਾਰਟ ਕਰਦੇ ਹਾਂ। ਇਹਦਾ ਮਤਲਬ ਕਿ ਅਸੀਂ ਉਹ ਛੋਟੀ ਜਿਹੇ ਹਿੱਸੇ 'ਚੋਂ ਓਵਰ ਐਕਸਟਰੈਕਟ ਕਰਦੇ ਪਏ, ਹੈ ਨਾ। ਇੱਕ ਲਿਮਿਟਿਡ ਰਿਸੋਰਸਿਸ ਨੇ, ਹਰ ਚੀਜ਼ ਲਿਮਿਟਿਡ ਹੈ ਤੇ ਉਹਨੂੰ ਉਸ ਤਰ੍ਹਾਂ ਵੇਖਣ ਦੀ ਲੋੜ ਹੈ। ਇਹੋ ਜਿਹੀ ਖੇਤੀ ਦਾ ਜਸਟ ਆਪਾਂ ਡਿਨਾਇਲ 'ਚ ਵੀ ਨਹੀਂ ਰਹਿ ਸਕਦੇ ਕਿ ਵੀ ਆਪਾਂ ਕਿਸਾਨਾਂ ਨੂੰ ਬਲੇਮ ਕਰਦੇ ਪਏ ਹਾਂ। ਅੱਜ ਤੋਂ 30 ਸਾਲ ਬਾਅਦ ਜੇ ਇੱਥੇ ਪੂਰਾ ਰੇਗਿਸਤਾਨ ਬਣ ਜਾਏਗਾ, ਫਿਰ ਅਸੀਂ ਕੀ ਕਰਾਂਗੇ? ਸੋ ਇਟ ਇਜ਼ ਇੰਪੋਰਟੈਂਟ ਕਿ ਆਪਾਂ ਇਹ ਨਾ ਸੋਚੀਏ ਕਿ ਕਿਸੇ ਨੂੰ ਬਲੇਮ ਕੀਤਾ ਜਾ ਰਿਹਾ, ਆਪਾਂ ਸੋਲਿਊਸ਼ਨ ਫਾਈਂਡ ਕਰਦੇ ਪਏ ਹਾਂ। ਇਹੋ ਹੀ ਗੱਲ ਹਮੇਸ਼ਾ ਜਿਹੜੇ ਕਿਸਾਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਨਾ, ਉਹ ਇਸ ਗੱਲ ਨੂੰ ਇਸੇ ਤਰੀਕੇ ਪੋਜੀਸ਼ਨ ਕਰਦੇ ਜੀ ਕਿਸਾਨਾਂ 'ਤੇ ਕਿਉਂ ਬਲੇਮ ਕਰਦੇ ਪਏ, ਹੋਰ ਵੀ ਥਾਂ 'ਤੇ ਹੋ ਰਿਹਾ, ਹੋਰ ਵੀ ਥਾਂ 'ਤੇ ਐਕਸ਼ਨ ਹੋ ਰਿਹਾ। ਪੋਲਿਊਸ਼ਨ ਕੰਟਰੋਲ ਨੋਰਮਸ ਨੇ, ਇੰਡਸਟਰੀ ਵੀ ਜ਼ਿੰਮੇਵਾਰੀ ਚੁੱਕੇਗੀ ਤੇ ਉਹਨਾਂ ਨੂੰ ਚੁੱਕਣੀ ਪਏਗੀ। ਬਟ ਹਰ ਇੱਕ ਆਕੂਪੇਸ਼ਨ ਦੀ ਇਕੁਅਲ ਰਿਸਪੈਕਟ ਹੈ। ਹਰ ਇੱਕ ਆਕੂਪੇਸ਼ਨ ਇੱਕ ਸਰਟਨ ਕੰਮ ਕਰਦੀ ਪਈ ਹੈ ਤੇ ਆਪਾਂ ਕੋਲੈਕਟਿਵਲੀ ਆਪਣੇ ਲਈ ਰਿਸਪੌਂਸਿਬਿਲਿਟੀ ਚੁੱਕਦੇ ਪਏ, ਠੀਕ ਹੈ ਨਾ। ਜਿਹੜੀ ਸਾਡੀ ਖੇਤੀ ਦੇ ਵਿੱਚ ਜਿਹੜੀ ਪੈਸਟੀਸਾਈਡ, ਇਨਸੈਕਟੀਸਾਈਡਸ, ਯੂਰੀਆ ਦੀ ਕੰਜ਼ੰਪਸ਼ਨ ਜ਼ਿਆਦਾ ਹੈ, ਉਹਨੂੰ ਵੀ ਵੇਖਣ ਦੀ ਲੋੜ ਹੈ। ਹੁਣ ਜੇ ਕਿਸਾਨ ਰਿਪਰੈਜ਼ੈਂਟੇਟਿਵ ਕਹਿਣ ਜੀ ਤੁਸੀਂ ਤੇ ਕਿਸਾਨਾਂ 'ਤੇ ਇਲਜ਼ਾਮ ਲਗਾ ਰਹੇ ਹੋ, ਨਹੀਂ, ਕਿਸਾਨਾਂ ਨੂੰ ਐਜੂਕੇਟ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਸਾਰਿਆਂ ਦੀ ਸਿਹਤ ਦਾ ਸਵਾਲ ਹੈ। ਹੁਣ ਸਾਡੇ ਉੱਥੇ ਜੋ ਹੈਲਥ ਪ੍ਰੋਬਲਮਸ ਪੰਜਾਬ 'ਚ ਆ ਰਹੀਆਂ ਨੇ, ਕੱਲ੍ਹ ਨੂੰ ਜੇ ਸਾਡੀ ਖੇਤੀ ਵਧੀਆ ਹੋਏਗੀ, ਹੈਲਦੀ ਹੋਏਗੀ, ਪਾਣੀ ਦਾ ਲੈਵਲ ਉੱਤੇ ਹੋਏਗਾ, ਸਾਰਿਆਂ ਨੂੰ ਫਾਇਦਾ ਹੈ। ਸਾਡੇ ਹੈਲਥ ਇਨਫਰਾਸਟਰਕਚਰ 'ਤੇ ਪ੍ਰੈਸ਼ਰ ਘੱਟ ਹੋਏਗਾ, ਲੋਕੀ ਬਿਮਾਰ ਘੱਟ ਹੋਣਗੇ ਤੇ ਇਹ ਸਾਰੀਆਂ ਚੀਜ਼ਾਂ ਦਾ ਕੋਲੈਕਟਿਵ ਫਾਇਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਸਿਰਫ ਕਿਸਾਨਾਂ 'ਤੇ ਇਲਜ਼ਾਮ ਲਾ ਰਿਹਾ ਹੈ। ਹੁਣ ਜੇ ਲੈਟਸ ਸੇ ਕਿ ਪੰਜਾਬ ਗਵਰਨਮੈਂਟ ਨੇ ਸਕੀਮ ਕੱਢੀ ਜੀ ਤੁਹਾਨੂੰ 1500 ਰੁਪਏ ਦੇਵਾਂਗੇ ਜੇ ਤੁਸੀਂ ਡਾਇਰੈਕਟ ਉਹਨੂੰ ਬੀਜਦੇ ਹੋ, ਬਿਕੋਜ਼ ਇਟ ਸੇਵਸ ਵਾਟਰ।
ਐਂਡ ਤੁਸੀਂ ਇਕਨੋਮਿਕਲੀ ਇਨਸੈਂਟੀਵਾਈਜ਼ ਕਰੋ ਕਿਸਾਨਾਂ ਨੂੰ, ਛੋਟੇ ਵੱਡੇ ਹਰ ਕਿਸਾਨ ਨੂੰ ਅਲੱਗ-ਅਲੱਗ ਤਰੀਕੇ ਨਾਲ ਇਨਸੈਂਟੀਵਾਈਜ਼ ਕਰਨ ਦੀ ਲੋੜ ਹੈ। ਤੇ ਜੇ ਡਾਇਵਰਸਿਫਿਕੇਸ਼ਨ ਹੋਏਗੀ ਕਿਸਾਨਾਂ ਦੀ ਇਨਕਮ ਵੀ ਵਧੇਗੀ। ਫਾਰਮ ਰਿਫਾਰਮਸ ਦੀ ਲੋੜ ਹੈ। ਅੱਜ ਫਾਰਮ ਰਿਫਾਰਮਸ ਕਰਨਾ ਇੰਨਾ ਔਖਾ ਕਰਤਾ ਹੋਇਆ, ਜਿਹੜੀਆਂ ਜਥੇਬੰਦੀਆਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਉਹ ਕਿਸਾਨਾਂ ਦਾ ਸਭ ਤੋਂ ਵੱਡਾ ਲੌਂਗ ਟਰਮ 'ਚ ਨੁਕਸਾਨ ਕਰਦੀਆਂ ਪਈਆਂ। ਰਿਫਾਰਮ ਦੇ ਬਿਨਾਂ ਕਿਵੇਂ ਖੇਤੀ ਅੱਗੇ ਵਧੇਗੀ? ਹਰ ਟਾਈਮ ਤੇ ਇੱਕ ਐਗਰੀਕਲਚਰ ਰੈਵੋਲੂਸ਼ਨ ਆਇਆ ਸੀ, ਅੱਜ ਇੱਕ ਨਵੇਂ ਤਰ੍ਹਾਂ ਦੇ ਰੈਵੋਲੂਸ਼ਨ ਦੀ ਲੋੜ ਹੈ ਜਿਹੜਾ ਖੇਤੀ ਨੂੰ ਬੈਟਰ, ਨਵੀਂ ਸਾਇੰਟੀਫਿਕ ਅਪਰੋਚ ਨਾਲ ਪ੍ਰੋਡਕਟਿਵ ਤੇ ਹੈਲਦੀ ਬਣਾਵੇ। ਉਦੋਂ ਪਤਾ ਨਹੀਂ ਸੀ, ਉਦੋਂ ਤੇ ਆਪਾਂ ਯੂਰੀਆ ਵਗੈਰਾ ਪਾ ਕੇ ਕੀ ਪ੍ਰੋਡਕਟਿਵਿਟੀ ਵਧਾਣੀ ਹੈ, ਉਦੋਂ ਭੁੱਖੇ ਮਰਦੇ ਸੀ। ਪਰ ਅੱਜ ਹੁਣ 30-40 ਸਾਲਾਂ 'ਚ ਅਸੀਂ ਸਮਝ ਚੁੱਕੇ ਹਾਂ ਕਿ ਇਹਦਾ ਨੁਕਸਾਨ ਕੀ ਹੈ ਤੇ ਹੁਣ ਉਹਨੂੰ ਨਵੇਂ ਤਰੀਕੇ ਨਾਲ ਵੇਖਣ ਦੀ ਲੋੜ ਹੈ ਤੇ ਜਥੇਬੰਦੀਆਂ ਨੂੰ ਵੀ ਗੌਰਮੈਂਟ ਨਾਲ ਕੋਲੈਬੋਰੇਟ ਕਰਨ ਦੀ ਲੋੜ ਹੈ। ਵੇਖੋ ਜਦੋਂ ਕਿਸਾਨ ਅੰਦੋਲਨ ਹੋਏ, ਜਦੋਂ ਇੱਥੇ ਫਾਰਮ ਲਾਸ ਦੇ ਅਗੇਂਸਟ ਪ੍ਰੋਟੈਸਟ ਹੋਇਆ, ਅਦਾਨੀ ਵਾਲਿਆਂ ਦੇ, ਰਿਲਾਇੰਸ ਵਾਲਿਆਂ ਦੇ ਜਿੰਨੇ ਵੀ ਉਹ ਸੀ ਸਾਈਲੋਜ਼ ਵਗੈਰਾ ਤੇ ਤੋੜ ਭੰਨ ਕੀਤੀ ਗਈ, ਉਹਨਾਂ ਦੇ ਸ਼ੋਰੂਮ ਬੰਦ ਕੀਤੇ ਗਏ। ਅੱਜ ਉਹਨਾਂ ਨੇ ਤਾਂ ਸਭ ਤੋਂ ਜ਼ਿਆਦਾ ਖਰੀਦਿਆ। ਉਹ ਨਾਲੇ ਇਨਾਮ ਦਿੰਦੇ ਨੇ ਕਿ ਤੁਸੀਂ ਇੱਥੇ ਆ ਕੇ ਵੇਚੋਗੇ, ਯੂ ਵਿਲ ਗੈਟ ਅ ਮੋਟਰਸਾਈਕਲ ਫ੍ਰੀ। ਅੱਜ ਗਵਰਨਮੈਂਟ ਦੀ ਪਰਚੇਜ਼ ਘੱਟ ਗਈ ਹੋਈ ਹੈ, ਥੋੜਾ ਕਿ ਪ੍ਰੋਡਕਸ਼ਨ ਅੱਧੀ ਹੋ ਗਈ ਹੈ, ਬਿਕੋਜ਼ ਦੇ ਆਰ ਪੇਇੰਗ ਮੋਰ ਪ੍ਰਾਈਸਿਸ। ਤੇ ਜਿਹੜੇ ਲੋਕੀ ਟ੍ਰੇਡਰਸ ਨੇ, ਜਿਹੜੇ ਲੋਕੀ ਵੱਡੀਆਂ ਕੰਪਨੀਆਂ ਨੇ, ਉਹਨਾਂ ਦਾ ਵੀ ਇਕਨੋਮੀ ਦੀ ਡਿਵੈਲਪਮੈਂਟ 'ਚ ਬੜਾ ਰੋਲ ਹੈ ਤੇ ਸਾਰਿਆਂ ਨੂੰ ਮਿਲ ਕੇ ਚੱਲਣਾ ਪਏਗਾ। ਕਿਉਂਕਿ ਕਿਸਾਨ ਬਹੁਤ ਜ਼ਿਆਦਾ ਨੇ, ਉਹ ਇੱਕ ਵੋਟ ਬੈਂਕ ਹੈ, ਉਹਨਾਂ ਨੂੰ ਵਰਗਲਵਾ ਕੇ ਰੱਖਣਾ, ਜਿਹੜੇ ਉਹਨਾਂ ਦੇ ਨੇਤਾ ਹੈਗੇ ਨਾ, ਉਹ ਉਹਨਾਂ ਦਾ ਨੁਕਸਾਨ ਹੀ ਕਰਦੇ ਪਏ ਨੇ। ਉਹਨਾਂ ਨੂੰ ਵੀ ਮਾਡਰਨ ਟੈਕਨੋਲੋਜੀ, ਮਾਡਰਨ ਇਕਨੋਮਿਕ ਸਿਸਟਮ ਦਾ ਪਾਰਟ ਬਣਨਾ ਹੀ ਪਏਗਾ। ਤਾਈਓ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਲੋੜ ਹੈ ਕਿਸਾਨਾਂ ਦੀ ਐਜੂਕੇਸ਼ਨ ਦੀ। ਜਿਹੜੇ ਕਿਸਾਨ ਐਜੂਕੇਟਿਡ ਨੇ, ਜਿਹੜੇ ਇਨੋਵੇਟਿਵ ਨੇ, ਉਹ ਵੇਖੋ ਪਰ ਏਕੜ 'ਚ ਲੱਖਾਂ ਰੁਪਏ ਕਮਾਉਂਦੇ ਨੇ। ਦੂਜੇ ਕਿਸਾਨ ਲਈ 70-80 ਹਜ਼ਾਰ ਕਮਾਉਣਾ ਔਖਾ ਹੋ ਜਾਂਦਾ ਹੈ, ਕਿਉਂਕਿ ਉਸੇ ਤਰੀਕੇ ਨਾਲ ਲੱਗਾ ਹੋਇਆ। ਤੇ ਇਸ ਕਰਕੇ ਇਸ ਵੇਲੇ ਕਿਸਾਨਾਂ ਨੂੰ ਆਪਣੇ ਬੈਨੀਫਿਟ ਸੋਚਣਾ ਪਏਗਾ। ਨਵੇਂ ਤੇ ਪ੍ਰੋਗਰੈਸਿਵ ਆਗੂ ਉਹਨਾਂ ਦੇ ਰਿਪਰੈਜ਼ੈਂਟੇਟਿਵ ਬਣਨ, ਤੇ ਜੋ ਟਰੂਲੀ ਕਿਸਾਨ ਨੇ, ਜਿਹੜੇ ਨੇਤਾ ਨੇ ਉਹ ਨਹੀਂ, ਜਿਹੜੇ ਕਿਸਾਨੀ 'ਚ ਇਨੋਵੇਸ਼ਨ ਚਾਹੁੰਦੇ ਨੇ, ਜਿਹੜੇ ਕਿਸਾਨੀ 'ਚ ਟੈਕਨੋਲੋਜੀ ਚਾਹੁੰਦੇ ਨੇ, ਜਿਹੜੇ ਸਿਰਫ ਆਪਣੇ ਪਿੱਛੇ ਲੋਕਾਂ ਨੂੰ ਲਾਣਾ ਚਾਹੁੰਦੇ ਨੇ, ਉਹੋ ਜਿਹੇ ਕਿਸਾਨ ਆਗੂ ਨਹੀਂ। ਇਟ ਇਜ਼ ਐਨ ਆਕੂਪੇਸ਼ਨ, ਇਟ ਇਜ਼ ਐਨ ਇੰਡਸਟਰੀ। ਤੇ ਤੁਹਾਨੂੰ ਸਮਝਣਾ ਪਏਗਾ ਕਿ ਉਹਦੇ 'ਚ ਇੰਡਸਟਰੀ ਲੀਡਰਸ, ਇਨੋਵੇਟਰਸ ਦੀ ਲੋੜ ਹੈ। ਕੀ ਤੁਸੀਂ ਇੰਨੇ ਕਿਸਾਨ ਆਗੂ ਨੂੰ, ਕੀ ਉਹ ਇਨੋਵੇਟਰਸ ਨੇ ਐਗਰੀਕਲਚਰ 'ਚ? ਤੁਹਾਨੂੰ ਲੱਗਦੇ ਨੇ ਉਹ ਇਨੋਵੇਟਰਸ ਨੇ? ਕਿ ਉਹ ਤਰੱਕੀ ਦੀ ਗੱਲ ਕਰਦੇ ਪਏ ਨੇ? ਕਿ ਉਹ ਇਨੋਵੇਸ਼ਨ, ਡਾਇਵਰਸਿਫਿਕੇਸ਼ਨ ਦੀ ਗੱਲ ਕਰਦੇ ਪਏ ਨੇ? ਉਹ ਸਾਰਾ ਦਿਨ ਸਿਰਫ ਸਬਸਿਡੀ ਦੀ ਗੱਲ ਕਰਦੇ ਨੇ ਤੇ ਨਾਲ ਹੀ ਉਹ ਡਿਫੈਂਸਿਵ ਹੋ ਜਾਂਦੇ ਨੇ ਜੀ, ਕਿਉਂਕਿ ਉਹਨਾਂ ਕੋਲ ਕੋਈ ਜਵਾਬ ਨਹੀਂ। ਉਹ ਕਹਿੰਦੇ ਜੀ ਕਿਸਾਨਾਂ ਨੂੰ ਬਲੇਮ ਕੀਤਾ ਜਾਂਦਾ ਤਾਂ ਉਹਨਾਂ ਨੂੰ ਵਰਗ ਲਵਾਉਂਦੇ ਨੇ। ਰਿਫਾਰਮਸ ਤੇ ਲਿਆਣੀ ਪੈਣਗੇ ਇਨ ਵਟ ਐਵਰ ਸ਼ੇਪ। ਉਹਦੇ ਲਈ ਐਕਸਪਰਟਸ ਨਾਲ ਬਹਿ ਕੇ ਡਿਸਕਸ ਕਰਨ ਦੀ ਲੋੜ ਹੈ, ਪਰ ਕਿਸਾਨ ਆਗੂਆਂ ਨੇ ਹਜੇ ਤੱਕ ਕਿਸਾਨਾਂ ਦਾ ਕੋਈ ਭਲਾ ਨਹੀਂ ਕੀਤਾ। ਸਰ, ਮਾਈਨੋਰਿਟੀ ਟਾਰਗੇਟ ਕਿਲਿੰਗ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਵਿੱਚ 2 ਸਿੱਖ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਸੀਐਮ ਭਗਵੰਤ ਮਾਨ ਨੇ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਤੇ ਕਿਹਾ ਹੈ, ਫੋਰਨ ਮਿਨਿਸਟਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਪਾਕਿਸਤਾਨ ਇਸ ਬਾਰੇ ਚਰਚਾ ਜ਼ਰੂਰ ਕਰੇ। ਦੇਖੋ, ਪਾਕਿਸਤਾਨ ਦੀ ਰੈਡੀਕਲਾਈਜੇਸ਼ਨ ਹੋ ਗਈ ਹੈ। ਆਜ਼ਾਦੀ ਤੋਂ ਕੁਝ ਸਾਲਾਂ ਤੱਕ ਪਾਕਿਸਤਾਨ ਵਾਸ ਪ੍ਰੋਗਰੈਸਿੰਗ ਵੈਰੀ ਵੈਲ। ਉੱਥੋਂ ਦੇ ਇੰਸਟੀਚਿਊਟ ਵਧੀਆ ਸੀ, ਉੱਥੇ ਇੱਕ ਪ੍ਰੋਗਰੈਸਿਵ ਇਨਵਾਇਰਨਮੈਂਟ ਸੀ। ਜਦੋਂ ਇਹ ਸੋਚ ਆ ਜਾਏਗੀ ਕਿ ਬਈ ਸਿਰਫ ਇਸ ਕਮਿਊਨਿਟੀ ਜਾਂ ਇਸ ਧਰਮ ਦੇ ਲੋਕ ਹੀ ਇਸ ਦੇਸ਼ 'ਚ ਰਹਿ ਸਕਦੇ ਨੇ, ਸਿਰਫ ਉਹ ਹੀ ਬੈਟਰ ਨੇ, ਉਹ ਦੂਜੇ ਧਰਮ ਦੇ ਲੋਕਾਂ ਦੀ, ਮਾਈਨੋਰਿਟੀਜ਼ ਦੀ ਡੀਹਿਊਮਨਾਈਜੇਸ਼ਨ ਕਰਦੇ ਨੇ। ਉੱਥੇ ਨਾਨ ਮੁਸਲਿਮ ਲਾਈਫ ਦੀ ਕੋਈ ਵੈਲਿਊ ਨਹੀਂ ਹੈ ਜੀ। ਉੱਥੇ ਕਈ ਕੇਸ ਆਉਂਦੇ ਨੇ ਕਿ ਬਲਾਸਫੇਮੀ ਲਾਅ ਹੈਗਾ ਉੱਥੇ, ਕਿ ਬਈ ਕੋਈ ਕੁਰਾਨ ਦੇ ਖਿਲਾਫ ਬੋਲ ਨਹੀਂ ਸਕਦਾ। ਜੇ ਝੂਠੇ ਨਾਮ ਦੇ ਅੰਦਰ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ। ਇੱਕ ਕੇਸ ਤੇ ਇਹ ਸੀ ਕਿ 2 ਮਾਈਨੋਰਿਟੀਜ਼ ਦੀ ਲੇਡੀਜ਼ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਕਿਸੇ ਹੋਰ ਨੂੰ ਸੁਪਨਾ ਆਇਆ ਸੀ ਕਿ ਉਹਨਾਂ ਨੇ ਕੁਰਾਨ ਦੀ ਬੇਇੱਜ਼ਤੀ ਕੀਤੀ ਹੈ। ਇਸ ਹੱਦ ਤੱਕ ਤੇ ਉੱਥੇ ਜਿਹੜੀ ਰੈਡੀਕਲਾਈਜੇਸ਼ਨ ਹੋ ਗਈ ਹੈ। ਤੇ ਜਿਹੜੇ ਥਾਂ ਤੇ ਇਹੋ ਜਿਹੀ ਰੈਡੀਕਲਾਈਜੇਸ਼ਨ ਹੋ ਗਈ, ਉੱਥੇ ਮਾਈਨੋਰਿਟੀਜ਼ ਸੇਫ ਨਹੀਂ ਰਹਿ ਜਾਂਦੀਆਂ। ਤੇ ਜਿੱਥੇ ਇਹ ਫਿਲਾਸਫੀ ਚੱਲੇਗੀ ਕਿ ਬਈ ਦੂਜੇ ਧਰਮ ਦੇ ਲੋਕ ਇਨਸਾਨ ਕਹਿਲਾਉਣ ਦੇ ਲਾਇਕ ਨਹੀਂ ਨੇ, ਉੱਥੇ ਇਹੋ ਜਿਹੇ ਇਨਸੀਡੈਂਟਸ ਆਮ ਹੋਣਗੇ। ਇੱਕ ਹਿੰਦੁਸਤਾਨੀ ਦੀ ਜੇ ਡੈਥ ਹੋਈ ਹੈ, ਜੇ ਬੇਸਿਕਲੀ ਇੱਕ ਜੇ ਸਿੱਖ ਮਾਈਨੋਰਿਟੀ ਜਿਹੜੇ ਉੱਥੇ ਮਾਈਨੋਰਿਟੀਜ਼ ਨੇ, ਜੇ ਉਹਨਾਂ ਦੀ ਡੈਥ ਹੋਈ ਹੈ, ਇੰਡੀਅਨ ਗੌਰਮੈਂਟ ਨੂੰ ਉਸ ਕੇਸ ਨੂੰ ਬੜਾ ਸਟਰੋਂਗਲੀ ਲੈਣ ਦੀ ਲੋੜ ਹੈ। ਆਫ ਕੋਰਸ ਐਕਸਟਰਨਲ ਅਫੇਅਰ ਮਿਨਿਸਟਰ ਇਸੇ ਕਰਕੇ ਰਿਫਾਰਮਸ ਕੀਤੇ ਗਏ ਨੇ ਕਿ ਬਈ ਜਿਹੜੀਆਂ ਮਿਨੋਰਿਟੀਜ਼ ਜਿਨ੍ਹਾਂ ਦਾ ਇੰਡੀਆ ਹੀ ਇੱਕ ਨੈਚੁਰਲ ਹੈਬਿਟੈਟ ਬਣਦਾ ਹੈ, ਉਹ ਜਦੋਂ ਮਰਜ਼ੀ ਇੰਡੀਆ 'ਚ ਵਾਪਸ ਆ ਸਕਦੀਆਂ ਨੇ। ਪਰ ਜਿੰਨੇ ਲੋਕਾਂ ਨੇ ਇੰਨੀਆਂ ਸਦੀਆਂ ਤੋਂ, ਇੰਨੀਆਂ ਜਨਰੇਸ਼ਨਸ ਉੱਤੇ ਬਿਜ਼ਨਸ ਬਣਾਏ ਨੇ, ਜਸਟ ਬਿਕੋਜ਼ ਆਫ ਲੈਕ ਆਫ ਲਾਅ ਐਂਡ ਆਰਡਰ, ਤੇ ਜਿਹੜਾ ਉੱਥੋਂ ਦਾ ਰੈਡੀਕਲ ਮਾਈਂਡਸੈਟ ਹੈ, ਜੋ ISI, ਆਪਾਂ ਕੱਲ੍ਹ ਪਰਸੋਂ ਵੀ ਇਹ ਗੱਲ ਕਰਦੇ ਪਏ ਸੀ ਕਿ ISI ਨੇ ਸਿਰਫ ਟੈਰਰਿਜ਼ਮ ਆਸ-ਪਾਸ ਦੀਆਂ ਸਟੇਟਸ ਜਾਂ ਕੰਟਰੀਜ਼ 'ਚ ਐਕਸਪੋਰਟ ਨਹੀਂ ਕਰਦਾ ਪਿਆ, ਉਹਨਾਂ ਨੇ ਆਪਣੇ ਲੋਕਾਂ ਨੂੰ ਵੀ ਉਸੇ ਟੈਰਰਿਜ਼ਮ ਦੇ ਅੰਡਰ ਰੱਖਿਆ ਹੋਇਆ ਹੈ। ਤੇ ਇਟ ਇਜ਼ ਵੈਰੀ ਅਨਫੋਰਚੂਨੇਟ ਕਿ ਸਾਡੇ ਸਿੱਖ ਭਰਾਵਾਂ ਨੂੰ ਉੱਥੇ ਬਿਨਾਂ ਕਿਸੇ ਗਲਤੀ ਦੇ ਮਾਰ ਦਿੱਤਾ ਗਿਆ, ਰਾਈਟ। ਇਹਦੇ ਲਈ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਜਗਾਉਣ ਦੀ ਲੋੜ ਹੈ ਤੇ ਇੰਡੀਆ ਨੂੰ, ਤੇ ਇੰਡੀਆ ਦੇ ਬਿਲਕੁਲ ਭਗਵੰਤ ਮਾਨ ਜੀ ਨੇ ਬਿਲਕੁਲ ਸਹੀ ਕਿਹਾ, ਇੰਡੀਆ ਦੇ ਫੋਰਨ ਮਿਨਿਸਟਰ ਨੂੰ ਇਹ ਮੁੱਦਾ
ਇੰਟਰਨੈਸ਼ਨਲ ਕੋਰਟਸ 'ਚ ਜਿੰਨੀਆਂ ਵੀ ਫੋਰਮਸ ਨੇ ਇੰਟਰਨੈਸ਼ਨਲ ਉਹਦੇ ਵਿੱਚ ਉਠਾਉਣ ਦੀ ਲੋੜ ਹੈ ਤੇ ਪਾਕਿਸਤਾਨ ਨੂੰ ਇਹਦੇ ਲਈ ਰਿਸਪੌਂਸਿਬਲ ਠਹਿਰਾਉਣ ਦੀ ਲੋੜ ਹੈ। Sir, while Pakistan invariably takes plea that its constitution guarantees rights and religious freedom to its minorities, is it really the case sub minorities के लिए? देखो, it is quite, the answer that it is not the case. Forced conversions, right? ਹੁਣੀ ਉਹਨਾਂ ਦੇ ਇੱਕ ਇੰਟਰਨੈਸ਼ਨਲ ਕ੍ਰਿਕਟਰ ਦਿਨੇਸ਼ ਕਨੇਰੀਆ ਨੇ ਵੀ ਇਲਜ਼ਾਮ ਲਾਇਆ ਕਿ he was forced to convert into Islam by ਸ਼ਾਹਿਦ ਅਫਰੀਦੀ। ਉਹਨਾਂ ਨੇ ਇਲਜ਼ਾਮ ਲਗਾਇਆ। ਸੋ ਜੇ ਇੱਕ ਬੰਦਾ ਜਿਹੜਾ ਇੰਨਾ ਤਰੱਕੀ, ਜਿਹਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਪਿਆ, ਜਿਹੜਾ ਉਹਨਾਂ ਦੇ ਸਭ ਤੋਂ ਪਪੂਲਰ ਸਪੋਰਟ ਨੂੰ ਪੂਰੇ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ ਪਿਆ, ਜੇ ਉਹਦੇ ਵੀ ਧਰਮ ਦੇ ਉੱਤੇ ਕੁਐਸਚਨ, ਉਹ ਵੀ ਆਪਣੇ ਧਰਮ ਦੇ ਵਿੱਚ ਨਹੀਂ ਰਹਿ ਸਕਦਾ, ਤਾਂ ਤੁਸੀਂ ਸੋਚੋ, ਇਮੈਜਿਨ ਕਰੋ ਵਟ ਇਜ਼ ਦ ਸਿਚੁਏਸ਼ਨ ਫॉर एवरीवन ਐਲਸ। ਤੇ ਮੈਨੂੰ ਇਹ ਲੱਗਦਾ ਕਿ ਜਿੱਥੇ ਵੀ ਤੁਹਾਡਾ ਕਨਸਟੀਟਿਊਸ਼ਨ ਇੱਕ ਤੁਹਾਨੂੰ ਵੈਸੇ ਇੱਕ ਧਰਮ ਬੇਸਡ ਕੰਟਰੀ ਤੁਸੀਂ ਜੇ ਬਣਾਈ ਆ, ਉੱਥੇ ਮਾਈਨੋਰਿਟੀਜ਼ ਦਾ ਆਪਣੇ ਆਪ ਨੂੰ ਪ੍ਰੀਜ਼ਰਵ ਕਰ ਪਾਣਾ, ਆਪਣੇ ਕਲਚਰ ਨੂੰ। ਯੂ ਲੁੱਕ ਐਟ ਦੀ ਨੰਬਰ ਆਫ ਮਾਈਨੋਰਿਟੀਜ਼ 1947 ਤੋਂ ਹੁਣ ਤੱਕ ਤੁਸੀਂ ਦੇਖ ਲਓ, ਜਿਹੜਾ ਪਰਸੈਂਟੇਜ ਡਬਲ ਡਿਜਿਟ ਸੀ, ਅੱਜ ਉਹ ਸਿੰਗਲ ਡਿਜਿਟ 'ਚ ਵੀ ਨਹੀਂ ਰਹਿ ਗਈ ਹੈ। ਤੇ ਮਾਈਨੋਰਿਟੀਜ਼ ਫੀਲ ਟੋਟਲੀ ਅਨਸੇਫ, ਉਹਨਾਂ ਦੀ ਪ੍ਰੋਪਰਟੀ ਦੀ, ਉਹਨਾਂ ਦੀ ਉਹਨਾਂ ਦੇ ਰਿਲੀਜਨ ਦੀ, ਉਹਨਾਂ ਦੇ ਜਿਹੜੇ ਮਾਨ ਸਨਮਾਨ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਉੱਥੇ ਬਿਲਕੁਲ ਵੀ ਸੇਫਟੀ ਨਹੀਂ ਹੈ। ਤੇ ਆਈ ਥਿੰਕ ਪਾਕਿਸਤਾਨ ਸ਼ੁੱਡ ਰੀਅਲੀ ਰੀਲੁੱਕ ਇਨਟੂ ਇਟ। ਉਹਨਾਂ ਦਾ ਕਨਸਟੀਟਿਊਸ਼ਨ ਜੋ ਵੀ ਕਹਿੰਦਾ ਹੋਵੇ, ਪਰ ਉਹਨਾਂ ਦੇ ਪੂਰੀ ਦੀ ਪੂਰੀ ਸੋਸਾਇਟੀ ਦੀ ਰੈਡੀਕਲਾਈਜੇਸ਼ਨ ਹੋ ਗਈ ਹੋਈ ਹੈ। ਸਰ, ਅਗਲੇ ਸੈਗਮੈਂਟ ਵੱਲ ਚੱਲਦੇ ਹਾਂ, ਗੱਲ ਕਰਦੇ ਹਾਂ ਨੈਸ਼ਨਲ ਇੰਟਰਨੈਸ਼ਨਲ ਅਪਡੇਟਸ ਦੀ। ਇੰਡੀਆ ਲੁਕਸ ਟੂ ਸਪੋਰਟ ਕਲਚਰਲ ਟਾਈਜ਼ ਟੂ ਨੇਪਾਲ ਵਿਦ ਬੁੱਧਿਸਟ ਸੈਂਟਰ ਐਂਡ ਹੋਲਡ ਟਾਕਸ ਬਿਟਵੀਨ PM ਮੋਦੀ ਐਂਡ ਡਿਊਬਾ। ਵਾਟ ਇਜ਼ ਔਨ ਏਜੰਡਾ? Agenda is that India is the cultural home or ਜਿਹੜਾ fountain head ਹੈ of all these religions, Buddhism, Sikhism, Jainism, Hinduism. We are the cultural fountain head. This is the land जहाँ से सारे ये वो सारे वो रिलीजन है जो सबको बराबर मानते हैं। These are polytheist religions जहाँ पे बोला जाता है एक नूर से सब जग उपजे हो। सो ये कॉमन एक ग्राउंड है इन सारे रिलीजन्स की, एंड इंडिया इज दी फाउंटेन हेड ऑफ, यहाँ से ये सारे रिलीजन अलग अलग टाइम से निकले हैं ऑफ कोर्स। और ये इंडिया की सॉफ्ट पावर को स्ट्रॉन्ग करेगा। आज चाइना नेपाल में इन्फ्लुएंस बनाना चाह रहा है। चाइना भी इंडिया की इस स्ट्रेटजी से अब वरिड है। चाइना इज ऑल्सो एक्टिवली ट्राइंग टू पोजिशन इट सेल्फ एज दी स्टार्टिंग प्लेस ऑफ बुद्धिज्म। जबकि फैक्ट ये है कि सिद्धार्थ गौतम बुद्धा ही वॉज पार्ट ऑफ द इंडियन कल्चर। तो ये सारी चीज़ें हमें आपस में पिरोती हैं। कई लोग बात करते हैं कि हमें रिलीजन की बात नहीं करनी चाहिए, हमें पहले तो बेसिक नेसेसिटीज़ की बात है, पर जो रिलीजन है, और मैं रिलीजन को टिपिकल एक ट्रेडिशनल रिलीजन है, एक स्पिरिचुअलिटी की तरफ से देखता हूँ, ये आपकी लाइफ में मीनिंग ऐड करता है, ये आपको पॉजिटिव करता है। जब हम अपने कल्चर में प्राइड लेना शुरू करेंगे, यही जब हम अपने पूरे टोटल इंडियन कल्चर में प्राइड लेंगे, तभी हमारे अंदर एक सेंस ऑफ कैपेबिलिटी जागेगी, सेंस ऑफ सेल्फ रिस्पेक्ट जागेगी। तभी हम जो एक वेस्टर्न इंपीरियलिस्टिक माइंडसेट के अंदर जो हम दबे हुए हैं, जो हमारे अंदर इन्फीरियरिटी कॉम्प्लेक्स है, वो तभी जाएंगे। तो मेरे को लगता है कि इंडियन गवर्नमेंट एंड प्राइम मिनिस्टर मोदी कोलेक्टिवली सिर्फ इंडिया के लिए नहीं, आसपास के देशों के लिए भी जो कर रहे हैं कि ताकि हम जो भी इंपीरियलिस्ट माइंडसेट वाले देश हैं, चाहे वो यूरोपियन कंट्रीज हैं, चाहे वो चाइना है, उनके इन्फ्लुएंस से अगर ये देश इंडिपेंडेंट थॉट रखेंगे और अपने कल्चर की जो डेप्थ है और गहराई पहचानेंगे, इट विल बी गुड फॉर द इंटायर पॉपुलेशन ऑफ दीज कंट्रीज, और आपस में एक स्ट्रॉन्ग यूनिटी बन पाएगी। सर, स्ट्रॉन्ग यूनिटी के तहत ही प्रेसिडेंट रामनाथ कोविंद विजिट टू जमाइका एंड हिज मीटिंग विद काउंटरपार्ट्स, he'll discuss multifaceted relationship between two countries. देखो, जमाइका और इन कंट्रीज के साथ भी हमारे एक डीप कल्चरल रिलेशन है। वहाँ पे भी अंग्रेज़ों ने एज स्लेव्स हमारे नॉर्थ इंडिया की काफ़ी पॉपुलेशन वहाँ लेके गए और उनको वहाँ सेटल करवाया। वहाँ पे जो शुगर केन कल्टीवेशन थी, अगेन यूरोपियन हिस्ट्री इज फुल ऑफ इट्स एक्सप्लॉयटेशन ऑफ डिफरेंट पीपल। तो यहाँ से लोगों को उठा के वो जमाइका लेके गए। अब उस इंडियन रूट से कनेक्ट करके अगेन हम कॉमन ग्राउंड्स लाके तो हम एक दूसरे के लिए बहुत हेल्प कर सकते हैं। वहाँ की टूरिज़्म, वहाँ के साथ जो भी ट्रेड एक्टिविटीज़ हो सकती हैं, हम अपनी टेक्नोलॉजी से उनकी जो भी हेल्प कर सकते हैं, इट विल बी वंडरफुल। जमाइका में एक मेजर पॉपुलेशन है जिनका इंडियन ओरिजिन है, जो बिहार से, उत्तर प्रदेश से, यहाँ से उनको वहाँ पे कई 100 साल पहले एज स्लेव्स लेके जाया गया था। नाउ दे आर
पार्ट ऑफ दैट पॉपुलेशन, दे हैव बीन, इंडियन डायस्पोरा के लोग, जो इंडियन ओरिजिन के लोग हैं, वहाँ के प्राइम मिनिस्टर रहे हैं, प्रेसिडेंट रहे हैं. तो आई थिंक उस कॉमन बॉन्ड को जोड़ के हम एक दोनों पॉपुलेशंस की प्रोग्रेस के लिए जो भी चीज़ें कर सकते हैं, दैट वुड बी वंडरफुल. सर, आखिरी सवाल, 18 साल के वाइट गन मैन ने 10 लोगों की गोली मार के हत्या कर दी. इज इट रियली ड्रिवन बाय एक्सट्रीम रेसिज्म? यू नो, आई कांट टेल अबाउट द माइंडसेट ऑफ यू नो व्हाट दैट, बट अभी तक जो भी इंफॉर्मेशन आई है, इट इज़ बेसिकली यू नो एक जो वाइट मैन सुपरमेसी है, उसके बेसिस पे उन्होंने ब्लैक नेबरहुड में उस बंदे ने 10 लोगों को गोली मार के मार दिया. अब इसमें 2 क्वेश्चन है कि हमें किस तरह का, कई बार लोग इंडियन नेशनलिज्म को जो हिटलर की नेशनलिज्म है उससे कंपेयर करते हैं. हिटलर वॉज नॉट अ नेशनलिस्ट, ही वॉज अ रेसिस्ट. वो आर्यन सुपरमेसी की बात करता था. इंडियन जो कल्चर रहा है सबको इकट्ठे लेके जाए. हमारी जो नेशनलिज्म है, इट इज गुड फॉर द वर्ल्ड. वी बिलीव इन कलेक्टिव ग्रोथ ऑफ एवरीवन. तो जो सीडो सेकुलर्स हैं, जो ये बोलते हैं कि कई बार एग्जांपल देते हैं जी हिटलर भी ऐसे ही करता था, एक्सट्रीम नेशनलिज्म, और नो, आवर नेशनलिज्म इज collective nationalism where people come together and grow together. That was about racial superiority of Aryans. तो उसका कोई कंपैरिजन बनता नहीं है. अब जब उस तरह के माइंडसेट के लोग, और ये पिछले 300-400 से वाइट इंपीरियलिज्म, यूरोपियन इंपीरियलिज्म क्या है, ये बोलना कि भाई जो वाइट रेस है, इट इज बेटर देन एवरीवन एल्स. इसके थ्रू ही उन्होंने सब पे राज किया है, बाकी लोगों को डिह्यूमनाइज किया है, उनको एक्सप्लॉइट किया है, उनकी मॉरल अथॉरिटी छीन ली है. वो कहते हैं कि अगर एक ब्लैक या ब्राउन पर्सन को, इंडियन पर्सन को स्लेव बना के मैं जमैका लेके जाता हूं, क्योंकि इनके अंदर सोल ही नहीं है, सोल तो सिर्फ हमारे अंदर है. तो ये उस रिलीजन ने उनको मॉरल अथॉरिटी दे दी हाउ टू एक्सप्लॉइट पीपल, उसको जस्टिफाई कर दिया. जबकि इंडियन रिलीजन्स, जो इंडिया बेस्ड रिलीजन्स हैं, वो कहते हैं एक नूर से सब जग उपजे, सब लोग इकट्ठे हैं, ओम, एक ओम, कि दैट वी आर, देयर आर डिफरेंट पार्ट टुवर्ड्स वन गोल. तो ये जब तक इस तरह का माइंडसेट, जब कोलेक्टिवली उनकी गवर्नमेंट्स इसी माइंडसेट से चलती हैं कि वी आर सुपीरियर, तो फिर वहां की जो पॉपुलेशन होगी वो कैसी होगी, राइट? और हमें यह भी देखना है कि क्या हमें किस तरह की प्रोग्रेस चाहिए. अमेरिका इज अ डेवलप्ड कंट्री, उनके पास वेपन्स का एक्सेस है, अच्छी लाइफ का एक्सेस है. तो जब आप इस तरह के माइंडसेट, इस माइंडसेट से लोग जो ग्रो करेंगे, तो वो फ्यूचर में, और ये कोई पहला और आखिरी इंसिडेंट नहीं है जो यूएसए में हुआ है. तो इसीलिए इंडिया को कोलेक्टिवली अपनी इंडिक वैल्यू को समझना जरूरी है कि हम सब एक हैं, हमें कोलेक्टिवली ग्रो करना है. वी आर ऑल टुवर्ड्स दैट वन कॉमन, जो प्राइम सोल है उसकी तरफ हम कॉमन इकट्ठे चल रहे हैं. पाथ्स माइट बी डिफरेंट. ये हमारा इंडिक कल्चर हमेशा रहा है. दैट इज व्हाई वी हैव वेलकम्ड. बट दिस टाइम वी हैव टू इंश्योर कि ये जो हाफ बेक्ड आर्ग्यूमेंट्स होती हैं कि इट शुड नॉट बी रिलीजियस एंड हाइपर नेशनलिज्म इज रॉन्ग, हमें इसको डीपली सोचने की जरूरत है. अदरवाइज वी माइट ओपन, इस तरह का पेंडोरा हम अपने लिए भी खोल सकते हैं. एंड और दूसरा पार्ट आता है इजी एक्सेस टू गन्स. उनके कॉन्स्टिट्यूशन में उनका राइट है टू बियर गन्स, पर वो कॉन्स्टिट्यूशन आज से 250 साल पहले बना है, तो क्या उसको चेंज नहीं किया जा सकता? हर प्रेसिडेंट प्रॉमिस करता है कि आई विल टेक केयर ऑफ दिस गन रूल, बट अल्टीमेटली वहां की वेपन्स लॉबी इतनी स्ट्रांग है, उसी के बेसिस पे वो पूरी दुनिया को कंट्रोल करते हैं. उनके अंदर ये हिम्मत ही नहीं है जिसको वो बोलते हैं जी इट इज फॉर पीपल. दे हैव सोल्ड द कंट्री टू सर्टेन कैपिटलिस्ट कि आपका प्रॉफिट इज मोर इंपॉर्टेंट देन लाइव्स ऑफ हंड्रेड्स ऑफ पीपल हु डाई एवरी ईयर. So that is the situation of the world. तो मेरे को लगता है कि I'm proud that I'm part of an Indic civilization जहाँ पे लोग नेचर की रिस्पेक्ट, no exploitation of others, not even for other beings. हाँ, एक तो होगी दूसरे इंसानों की एक्सप्लॉयटेशन, वो तो नो है ही है. We don't even want to exploit nature. तो अगर हम इस अपनी वैल्यू सिस्टम को आज अगर समझ लेंगे और एब्जॉर्ब कर लेंगे, आई थिंक वी कैन बिल्ड अ ग्रेट फ्यूचर फॉर आवर नेक्स्ट जनरेशंस. एब्सोल्युटली सर, थैंक यू सो मच फॉर योर व्यूज. ऐसे ही ज़रूरी मुद्दों के सही विश्लेषण के लिए जुड़े रहिए हमारे चैनल के साथ, एंड डू नॉट फॉरगेट टू सब्सक्राइब टू आवर चैनल एंड डाउनलोड आवर ऐप.